हाँ जी गुड मॉर्निंग। बेसिक सर्किट एलीमेंट अपने कोले सर्किट दे विच 5 ਜਿਹੜੇ बेसिक एलीमेंट हो सकते हैं। ਉਸ ਦੇ ਵਿੱਚੋਂ ਕੀ ਹੈ, ਕੁਛ ਤਾਂ ਐਕਟਿਵ ਐਲੀਮੈਂਟਸ ਹੈਗੇ ਆ ਬੇਸਿਕ ਸਰਕਿਟ ਐਲੀਮੈਂਟ ਦੇ ਵਿੱਚੋਂ, ਕੁਛ ਆਪਣੇ ਕੋਲੇ ਪੈਸਿਵ ਹੈ। ਪੈਸਿਵ ਦੇ ਵਿੱਚ ਕਿਹੜੇ ਆ ਰਹੇ ਆ? ਰਜਿਸਟਰ, ਕੈਪੈਸਿਟਰ, ਇੰਡਕਟਰ। ਇਹ ਤਿੰਨੋਂ ਆਪਣੇ ਕੋਲੇ ਪੈਸਿਵ ਐਲੀਮੈਂਟ ਹੈ ਜਿਹੜੇ ਆਪਾਂ ਸਰਕਿਟ ਦੇ ਵਿੱਚ ਲਗਾ ਸਕਦੇ ਹਾਂ। ਐਕਟਿਵ ਐਲੀਮੈਂਟ ਕਿਹੜੇ ਆ? ਜਿਹੜੇ એનર્ਜੀ ਆਪਣੇ ਕੋਲੇ ਕੀ ਹੈ ਜਨਰੇਟ ਕਰਦੇ ਆ, ਇਲੈਕਟ੍ਰਿਕ એનર્ਜੀ। ਉਹ ਦੋ ਟਾਈਪ ਦੇ ਹੋ ਸਕਦੇ ਆ, ਵੋਲਟੇਜ ਸੋਰਸ ਐਂਡ ਕਰੰਟ ਸੋਰਸਿਸ। ਨੈਕਸਟ ਵੋਲਟੇਜ ਸੋਰਸ ਵੀ ਆਪਣੇ ਕੋਲੇ ਦੋ ਪਾਰਟਸ ਦੇ ਵਿੱਚ ਡਿਵਾਈਡ ਕਰਾਂਗੇ ਆਪਾਂ, ਆਈਡੀਅਲ ਵੋਲਟੇਜ ਸੋਰਸ ਐਂਡ ਪ੍ਰੈਕਟੀਕਲ ਵੋਲਟੇਜ ਸੋਰਸ। ਸਿਮਿਲਰਲੀ ਕਰੰਟ ਸੋਰਸ ਨੂੰ ਆਪਾਂ ਦੋ ਪਾਰਟਸ ਦੇ ਵਿੱਚ ਡਿਵਾਈਡ ਕਰਾਂਗੇ, ਆਈਡੀਅਲ ਕਰੰਟ ਸੋਰਸ ਐਂਡ ਪ੍ਰੈਕਟੀਕਲ ਕਰੰਟ ਸੋਰਸ। ਹੁਣ ਕੋਈ ਵੀ ਇਲੈਕਟ੍ਰੀਕਲ ਸੋਰਸ ਹੈਗਾ ਜਿਹੜਾ ਆਪਣੇ ਕੋਲੇ ਡਿਵਾਈਸ ਕੋਈ ਵੀ ਇਲੈਕਟ੍ਰੀਕਲ ਸੋਰਸ ਜਿਹੜਾ ਕੀ ਕਰੂਗਾ, ਮਕੈਨੀਕਲ, ਕੈਮੀਕਲ, ਥਰਮਲ ਜਾਂ ਕੋਈ ਵੀ ਜਿਹੜੀ ਹੋਰ ਫਾਰਮ ਹੈਗੀ ਐਨਰਜੀ ਨੂੰ, ਉਸ ਨੂੰ ਇਲੈਕਟ੍ਰੀਕਲ ਐਨਰਜੀ ਦੇ ਵਿੱਚ ਕਨਵਰਟ ਕਰ ਰਹੇ ਆ। ਜਾਂ ਆਪਾਂ ਕਹਿ ਸਕਦੇ ਹਾਂ ਸੋਰਸ ਕੀ ਇੱਕ ਐਵੇਂ ਦਾ ਐਕਟਿਵ ਨੈਟਵਰਕ ਐਲੀਮੈਂਟ ਹੈ ਜਿਹੜਾ ਇਲੈਕਟ੍ਰੀਕਲ ਐਨਰਜੀ ਨੂੰ ਜਨਰੇਟ ਕਰ ਰਿਹਾ। ਇਲੈਕਟ੍ਰੀਕਲ ਸੋਰਸਿਸ ਆਪਣੇ ਕੋਲੇ ਦੋ ਟਾਈਪ ਦੇ ਹੋ ਸਕਦੇ ਆ, ਇੰਡੀਪੈਂਡੈਂਟ ਸੋਰਸਿਸ ਐਂਡ ਡਿਪੈਂਡੈਂਟ ਸੋਰਸਿਸ। ਇੰਡੀਪੈਂਡੈਂਟ ਸੋਰਸਿਸ ਹੈਗੇ ਆ, ਉਸ ਨੂੰ ਫਰਦਰ ਆਪਾਂ ਦੋ ਟਾਈਪਸ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ। ਫਸਟ ਹੈਗਾ ਆਈਡੀਅਲ ਵੋਲਟੇਜ ਸੋਰਸ ਐਂਡ ਆਈਡੀਅਲ ਵੋਲਟ ਸੋਰਸ, ਜਿਸ ਦਾ ਆਪਣੇ ਕੋਲ ਇੰਟਰਨਲ ਜਿਹੜਾ ਰਜਿਸਟੈਂਸ ਹੈ ਉਸ ਦੀ ਵੈਲਿਊ 0 ਹੈ, ਤਾਂ ਜੋ ਚੇਂਜਸ ਇਨ ਲੋਡ ਰਜਿਸਟੈਂਸ ਵਿਲ ਨਾਟ ਚੇਂਜ ਦਾ ਅਪਲਾਈਡ ਵੋਲਟੇਜ। ਜਿਹੜੀ ਆਪਾਂ ਵੋਲਟੇਜ ਅਪਲਾਈ ਕਰ ਰਹੇ ਹਾਂ ਉਸ ਦੇ ਉੱਪਰ ਕੋਈ ਚੇਂਜ ਨਹੀਂ ਆ ਰਹੀ। ਆਈਡੀਅਲ ਵੋਲਟੇਜ ਸੋਰਸ ਦੇ ਵਿੱਚ ਇਸ ਦਾ ਇੰਟਰਨਲ ਰਜਿਸਟੈਂਸ ਦੀ ਵੈਲਿਊ ਕੀ ਹੈ? 0 ਹੈ। ਦੈਟ ਇਜ਼ ਆਈਡੀਅਲ ਵੋਲਟੇਜ ਸੋਰਸ। ਸੈਕਿੰਡ ਹੈਗਾ ਆਈਡੀਅਲ ਕਰੰਟ ਸੋਰਸ। ਆਈਡੀਅਲ ਕਰੰਟ ਸੋਰਸ ਕੀ ਹੈ? ਜਿਸ ਦਾ ਆਪਣੇ ਕੋਲ ਇੰਟਰਨਲ ਜਿਹੜਾ ਰਜਿਸਟੈਂਸ ਹੈ ਉਸ ਦੀ ਵੈਲਿਊ ਹੈਗੀ ਹੈ ਇਨਫਾਨਾਈਟ, ਅਤੇ ਉਸ ਨੂੰ ਆਪਾਂ ਲਿਖਾਂਗੇ E ਇਜ਼ ਇਕਵਲਸ ਟੂ IR। ਆਈਡੀਅਲ ਵੋਲਟ ਸੋਰਸ ਦੇ ਵਿੱਚ ਆਪਣੀ ਜਿਹੜੀ ਰਜਿਸਟੈਂਸ ਹੈ, ਇੰਟਰਨਲ ਰਜਿਸਟੈਂਸ ਸਰਕਿਟ ਦੇ ਵਿੱਚ ਉਸ ਦੀ ਵੈਲਿਊ 0 ਹੋਣੀ ਚਾਹੀਦੀ ਹੈ। ਆਈਡੀਅਲ ਕਰੰਟ ਦੇ ਵਿੱਚ ਰਜਿਸਟੈਂਸ ਦੀ ਵੈਲਿਊ ਆਪਣੇ ਕੋਲੇ ਇਨਫਾਨਾਈਟ ਹੋਣੀ ਚਾਹੀਦੀ ਹੈ। ਨੈਕਸਟ ਹੈਗੇ ਡਿਪੈਂਡੈਂਟ ਸੋਰਸਿਸ। ਡਿਪੈਂਡੈਂਟ ਸੋਰਸਿਸ ਆਪਾਂ ਕਿਸ ਨੂੰ ਕਹਾਂਗੇ? ਆਪਣੇ ਕੋਲੇ ਕੋਈ ਵੀ ਸਰਕਿਟ ਹੈ, ਸਰਕਿਟ ਦੇ ਵਿੱਚ ਵੋਲਟੇਜ ਤੇ ਜਿਹੜੀ ਕਰੰਟ ਦੀ ਵੈਲਿਊ ਹੈ, ਠੀਕ ਹੈ, ਵੋਲਟੇਜ ਤੇ ਕਰੰਟ ਦੀ ਵੈਲਿਊ ਇਹ ਸਰਕਿਟ ਦੇ ਵਿੱਚ ਕਿਤੇ ਵੀ ਆਪਣੇ ਕੋਲੇ ਵੋਲਟੇਜ ਤੇ ਕਰੰਟ ਦੀ ਵੈਲਿਊ ਦੇ ਸਰਕਿਟ ਦੇ ਉੱਪਰ ਡਿਪੈਂਡ ਕਰ ਰਿਹਾ, ਉਸ ਨੂੰ ਡਿਪੈਂਡੈਂਟ ਸੋਰਸ। ਕੋਈ ਵੀ ਡਿਪੈਂਡੈਂਟ ਸੋਰਸਿਸ ਦਾ ਦੋ ਤਰੀਕੇ ਨਾਲ ਹੋ ਸਕਦਾ ਹੈ, ਵੋਲਟੇਜ ਸੋਰਸ ਵੀ, ਕਰੰਟ ਸੋਰਸ। ਵੋਲਟੇਜ ਸੋਰਸ ਨੇ ਕੀ ਕਰਨਾ ਹੈ? ਵੋਲਟੇਜ ਡਿਪੈਂਡੈਂਟ ਸੋਰਸ ਕੀ ਹੋਊਗਾ? ਇਹ ਵਾਲਾ ਪੂਰਾ ਸਰਕਿਟ ਹੈ, ਕਿਤੇ ਵੀ ਆਪਣੇ ਕੋਲੇ ਵੋਲਟੇਜ ਦੀ ਵੈਲਿਊ ਉਸ ਦੀ ਵੈਲਿਊ 'ਤੇ ਡਿਪੈਂਡ ਕਰ ਰਹੇ ਹੈ, ਅਤੇ ਸਰਕਿਟ ਦੇ ਵਿੱਚ ਕਿਤੇ ਵੀ ਆਪਣੇ ਕੋਲੇ ਕਰੰਟ ਦੀ ਵੈਲਿਊ ਉਸ ਦੀ ਵੈਲਿਊ 'ਤੇ ਡਿਪੈਂਡੈਂਟ ਕਰ ਰਹੀ ਹੈ, ਉਹ ਆਪਣੇ ਕੋਲੇ ਸੋਰਸਿਸ ਹੈਗੇ ਡਿਪੈਂਡੈਂਟ ਸੋਰਸਿਸ। ਨੈਕਸਟ ਹੈਗਾ ਵੋਲਟੇਜ ਸੋਰਸਿਸ। ਵੋਲਟੇਜ ਸੋਰਸਿਸ ਇਜ਼ ਅ ਟੂ ਟਰਮੀਨਲ ਡਿਵਾਈਸ। ਦੋ ਟਰਮੀਨਲ ਦਾ ਡਿਵਾਈਸ ਹੈ ਜਿਸ ਦੀ ਜਿਹੜੀ ਵੋਲਟੇਜ ਹੈਗੀ ਹੈ ਉਹ ਕਿਸੇ ਵੀ ਟਾਈਮ ਦੇ ਉੱਪਰ ਕੌਨਸਟੈਂਟ ਹੈ। ਵੋਲਟੇਜ ਆਪਣੇ ਕੋਲੇ ਕੀ ਹੈ? ਕੌਨਸਟੈਂਟ ਹੈ। ਇਹ ਡਿਪੈਂਡ ਕਰ ਰਿਹਾ, ਨਾਟ ਡਿਪੈਂਡੈਂਟ ਹੈਗਾ ਕਰੰਟ। ਜਿੰਨਾ ਇਸ ਸਰਕਿਟ ਦੇ ਵਿੱਚੋਂ ਕਰੰਟ ਫਲੋ ਕਰ ਰਿਹਾ ਉਸ ਦੇ ਵੈਲਿਊ 'ਤੇ ਆਪਣੇ ਕੋਲ ਇੰਡੀਪੈਂਡੈਂਟ ਹੈ, ਅਤੇ ਵੈਲਿਊ ਹੈ ਜਿਹੜੀ ਵੋਲਟੇਜ ਦੀ ਕਿਸੇ ਵੀ ਟਾਈਮ ਦੇ ਉੱਪਰ ਕੀ ਹੈ? ਆਪਣੇ ਕੋਲ ਕੌਨਸਟੈਂਟ ਹੈ। ਅਤੇ ਵੋਲਟੇਜ ਸੋਰਸ ਦੋ ਟਰਮੀਨਲ ਡਿਵਾਈਸ ਹੈ। ਐਵੇਂ ਦਾ ਜਿਹੜੇ ਡਿਵਾਈਸ ਆ ਉਸ ਨੂੰ ਆਪਾਂ ਕੀ ਕਹਾਂਗੇ? ਆਈਡੀਅਲ ਵੋਲਟੇਜ ਸੋਰਸ, ਜਿਸ ਦਾ ਆਪਣੇ ਕੋਲ ਜਿਹੜਾ ਇੰਟਰਨਲ ਰਜਿਸਟੈਂਸ ਉਸ ਦੀ ਵੈਲਿਊ 0 ਹੈ, ਬਟ ਪ੍ਰੈਕਟੀਕਲੀ ਦਿਸ ਇਜ਼ ਨਾਟ ਓਬਟੇਨਡ। ਹੁਣ ਕੁਛ ਸੋਰਸਿਸ ਜਿਨ੍ਹਾਂ ਦੀ ਕੁਛ ਨਾ ਕੁਛ ਆਪਣੇ ਕੋਲ ਇੰਟਰਨਲ ਰਜਿਸਟੈਂਸ ਵੈਲਿਊ ਹੈ, ਉਸ ਨੂੰ ਆਪਾਂ ਕੀ ਕਹਾਂਗੇ? ਪ੍ਰੈਕਟੀਕਲ ਵੋਲਟੇਜ ਸੋਰਸ। ਜਿਨ੍ਹਾਂ ਦੀ 0 ਹੈ ਉਹ ਹੈਗੇ ਆਪਣੇ ਕੋਲ ਆਈਡੀਅਲ ਵੋਲਟੇਜ ਸੋਰਸ। ਜਿਨ੍ਹਾਂ ਦੀ ਸਮ ਅਮਾਊਂਟ ਆਫ ਇੰਟਰਨਲ ਰਜਿਸਟੈਂਸ ਹੈਗੀ ਉਹ ਹੈਗੇ ਪ੍ਰੈਕਟੀਕਲ ਵੋਲਟੇਜ ਸੋਰਸ। ਇਸ ਇੰਟਰਨਲ ਰਜਿਸਟੈਂਸ ਦੇ ਕਾਰਨ ਆਪਣੇ ਕੋਲ ਜਿੰਨੀ ਵੀ ਵੋਲਟੇਜ ਡਰੋਪ ਹੋ ਰਹੀ ਹੈ, ਵੋਲਟੇਜ ਆਪਣੀ ਥੋੜ੍ਹੀ ਜਿਹੀ ਕੀ ਹੋ ਜਾਏਗੀ? ਰਿਡਿਊਸ ਹੋ ਜਾਏਗੀ। ਅਗਰ ਇੰਟਰਨਲ ਰਜਿਸਟੈਂਸ ਦੀ ਵੈਲਿਊ ਵੋਲਟੇਜ ਸੋਰਸ ਦੇ ਵਿੱਚ ਸਮੋਲ ਹੈ, ਮੀਨਸ ਉਹ ਕੀ ਹੈ? ਆਈਡੀਅਲ ਸੋਰਸ ਦੇ ਬਿਲਕੁਲ ਕੀ ਹੈ? ਸਿਮਿਲਰ ਹੈ, ਮੋਰ ਕਲੋਜ਼ਰ ਹੈ। ਹੁਣ ਇਹਨਾਂ ਦੇ ਵਿੱਚ ਆਪਣੇ ਕੋਲ ਸਿੰਬੋਲਿਕ ਰਿਪਰੈਜ਼ੈਂਟੇਸ਼ਨ ਦਿੱਤੀ ਹੋਈਆਂ ਹੈਗੀਆਂ ਆਈਡੀਅਲ ਐਂਡ ਪ੍ਰੈਕਟੀਕਲ ਵੋਲਟੇਜ ਸੋਰਸ ਦੀ। ਨੈਕਸਟ ਹੈਗਾ, ਹੁਣ ਕੋਈ ਵੀ ਆਪਣੇ ਕੋਲ ਸਰਕਿਟ ਹੈ, ਠੀਕ ਹੈ, ਸਰਕਿਟ ਦੇ ਵਿੱਚ ਕੋਈ ਵੀ ਵੋਲਟੇਜ ਸੋਰਸ ਲਗਾਏ, ਆਹ ਵਾਲੇ ਦੋ ਪੁਆਇੰਟਸ ਹੈ, ਦੋਨੋਂ ਪੁਆਇੰਟਸ ਦੇ ਵਿਚਕਾਰ ਪੋਟੈਂਸ਼ੀਅਲ ਕਿੰਨਾ? VAV। ਅਗਰ ਆਪਣੇ ਕੋਲ I ਜਾਂ ਟਾਈਮ ਦੇ ਨਾਲ ਵੋਲਟੇਜ ਵੇਰੀ ਕਰ ਰਹੀ ਹੈ, ਆਈਡੀਅਲ ਵੋਲਟੇਜ ਸੋਰਸ ਦੇ ਲਈ ਆਪਣੀ ਜਿਹੜੀ ਵੋਲਟੇਜ ਆ ਉਹ ਕੀ ਹੈ? ਕੌਨਸਟੈਂਟ ਹੈ। ਇਹ ਵਾਲਾ ਆ ਸਕਦਾ ਆਈਡੀਅਲ ਸੋਰਸ ਦੇ ਕੇਸ ਦੇ ਵਿੱਚ। ਅਗਰ ਆਪਾਂ ਪ੍ਰੈਕਟੀਕਲ ਵੋਲਟੇਜ ਸੋਰਸ ਦੀ ਗੱਲ ਕਰੀਏ, ਉਸ ਦੇ ਵਿੱਚ ਆਪਣੇ ਕੋਲ ਕੀ ਹੈ? ਆਹ ਜਿਹੜੀ ਵੋਲਟੇਜ ਉਹ ਆਪਣੀ ਕੌਨਸਟੈਂਟ ਨਹੀਂ ਰਹੇਗੀ, ਵੋਲਟੇਜ ਆਪਣੀ ਕੀ ਹੈ? ਡਰੋਪ ਹੋ ਜਾਣੀ ਹੈ। ਤਾਂ ਆਪਣੀ ਇਹ ਵਾਲੀ ਲਾਈਨ ਨਹੀਂ ਆਏਗੀ ਕੌਨਸਟੈਂਟ ਦੀ, ਆਪਣੀ ਵੋਲਟੇਜ ਕੀ ਹੈ? ਹੌਲੀ ਹੌਲੀ ਡਿਕਰੀਜ਼ ਹੁੰਦੀ ਜਾਏਗੀ।
ਇਹ ਹੈਗੇ ਪ੍ਰੈਕਟੀਕਲ ਵੋਲਟੇਜ ਸੋਰਸ। ਨੈਕਸਟ ਹੈਗੇ ਕਰੰਟ ਸੋਰਸ। ਕਰੰਟ ਸੋਰਸ ਨੂੰ ਆਪਾਂ ਅੱਗੇ ਫਰਦਰ 2 ਟਾਈਪਸ 'ਚ ਡਿਵਾਈਡ ਕਰ ਸਕਦੇ ਹਾਂ, ਆਈਡੀਅਲ ਐਂਡ ਪ੍ਰੈਕਟੀਕਲ। ਆਈਡੀਅਲ ਕਰੰਟ ਸੋਰਸ ਆਪਣੇ ਕੋਲ 2 ਟਰਮੀਨਲ ਸਰਕਿਟ ਐਲੀਮੈਂਟ ਹੈ, ਜਿਹੜਾ ਕੀ ਕਰੂਗਾ, ਸੇਮ ਕਰੰਟ ਹੈਗਾ ਉਹ ਸਪਲਾਈ ਕਰ ਰਿਹਾ ਅਕਰੋਸ ਇਟਸ ਟਰਮੀਨਲ। 2 ਆਪਣੇ ਕੋਲ ਟਰਮੀਨਲ ਹੈ, ਦੋਨੋਂ ਟਰਮੀਨਲ ਦੇ ਵਿੱਚ ਆਪਣੇ ਜਿਹੜਾ ਕਰੰਟ ਹੈ ਉਸ ਦੀ ਵੈਲਿਊ ਸੇਮ ਸਪਲਾਈ ਕਰ ਰਹੀ ਹੈ। ਨੈਕਸਟ ਹੈਗਾ ਪ੍ਰੈਕਟੀਕਲ ਕਰੰਟ। ਪ੍ਰੈਕਟੀਕਲ ਜਿਹੜਾ ਕਰੰਟ ਸੋਰਸ ਹੈ ਉਸ ਨੂੰ ਰਿਪਰਜੈਂਟ ਕਰ ਰਹੇ ਹਾਂ ਆਪਾਂ ਆਈਡੀਅਲ ਕਰੰਟ ਸੋਰਸ। ਆਈਡੀਅਲ ਕਰੰਟ ਸੋਰਸ ਦੇ ਨਾਲ ਆਪਾਂ ਕੀ ਲਾਉਣਾ ਹੈ, ਰਜਿਸਟੈਂਸ ਹੈ ਜਿਹੜਾ ਪੈਰਲਲ ਲਾਉਣਾ, ਠੀਕ ਹੈ। ਆਈਡੀਅਲ ਸੋਰਸ ਕਰੰਟ ਸੋਰਸ ਦੇ ਨਾਲ ਆਪਾਂ ਜਿਹੜਾ ਰਜਿਸਟੈਂਸ ਆ ਉਸ ਨੂੰ ਪੈਰਲਲ ਜੁਆਇਨ ਕਰ ਦੇਣਾ, ਫਿਰ ਉਹ ਆਪਣੇ ਕੋਲ ਕੀ ਬਣ ਜਾਏਗਾ, ਪ੍ਰੈਕਟੀਕਲ ਕਰੰਟ ਸੋਰਸ। ਨੈਕਸਟ ਹੁਣ ਆਪਣੇ ਕੋਲ ਜਿਵੇਂ ਆਪਾਂ ਕੀਤਾ ਸੀ ਆਈਡੀਅਲ ਕਰੰਟ ਸੋਰਸ। ਆਈਡੀਅਲ ਕਰੰਟ ਸੋਰਸ ਦੇ ਵਿੱਚ ਆਪਣੀ ਜਿਹੜੀ ਕਰੰਟ ਹੈ ਉਹ ਉਸ ਦੀ ਵੈਲਿਊ ਕੀ ਹੈ, ਬਿਲਕੁਲ ਸੇਮ ਹੈ, ਉਸ ਦੀ ਵੈਲਿਊ ਕੌਨਸਟੈਂਟ ਰਹੇਗੀ। ਹੁਣ ਆਪਣੇ ਕੋਲ ਕੋਈ ਵੀ ਸੋਰਸ ਹੈਗੇ ਕਰੰਟ ਦਾ, ਇਹ ਵੀ 2 ਟਰਮੀਨਲ ਹੈ। ਅਗਰ ਆਪਾਂ ਕੀ ਹੈ ਵੀ ਦੇ ਨਾਲ ਵੋਲਟੇਜ ਦੇ ਨਾਲ ਕਰੰਟ ਦੀ ਵੇਰੀਏਸ਼ਨ ਦੇਖੀਏ ਤਾਂ ਕਰੰਟ ਆਪਣਾ ਕੀ ਆਏਗਾ, ਕੌਨਸਟੈਂਟ ਆਈਡੀਅਲ ਸੋਰਸ ਦੇ ਵਿੱਚ। ਪ੍ਰੈਕਟੀਕਲ ਸੋਰਸ ਦੇ ਵਿੱਚ ਆਪਣਾ ਜਿਹੜਾ ਕਰੰਟ ਆ ਉਸ ਦੀ ਵੈਲਿਊ ਕੀ ਹੋ ਜਾਏਗੀ, ਰਿਡਿਊਸ ਹੋ ਜਾਏਗੀ, ਉਸ ਦੀ ਵੈਲਿਊ ਆਪਣੇ ਕੋਲੇ ਡਿਕਰੀਜ਼ ਹੋ ਜਾਏਗੀ। ਨੈਕਸਟ ਹੈਗੇ ਜਿਹੜੇ ਆਪਾਂ ਵੋਲਟੇਜ ਸੋਰਸ ਐਂਡ ਕਰੰਟ ਸੋਰਸਿਸ ਸਟੱਡੀ ਕੀਤੇ ਆ ਉਸ ਨੂੰ ਸੀਰੀਜ਼ ਐਂਡ ਪੈਰਲਲ ਜੁਆਇਨ ਕਰਨਾ। ਸੀਰੀਜ਼ ਤੇ ਪੈਰਲਲ ਆਪਾਂ ਕਿੱਦਾਂ ਜੁਆਇਨ ਕਰਨਾ ਉਹ ਦੇਖਣਾ। ਹੁਣ ਸਪੋਜ਼ ਤੁਹਾਡੇ ਕੋਲੇ ਵੋਲਟੇਜ ਸੋਰਸਿਸ ਹੈ, ਵੋਲਟੇਜ ਸੋਰਸਿਸ ਜਿਵੇਂ ਇਹ ਵਾਲਾ 7 ਵੋਲਟ ਹੈ, ਇਹ ਵਾਲਾ 3 ਵੋਲਟੇਜ ਹੈ, ਆਹ ਵਾਲੀ ਪੋਲੈਰਿਟੀ ਨੈਗੇਟਿਵ ਹੈ, ਇਹ ਵਾਲੀ ਪੋਲੈਰਿਟੀ ਆਪਣੇ ਕੋਲੇ ਪੋਜ਼ਿਟਿਵ ਹੈ। ਆਪਾਂ ਕੀ ਹੈ ਦੋਨਾਂ ਨੂੰ ਸੀਰੀਜ਼ ਕਨੈਕਸ਼ਨ 'ਚ ਲਗਾਇਆ। ਸੀਰੀਜ਼ ਕਨੈਕਸ਼ਨ 'ਚ ਲਾਉਣ ਤੋਂ ਬਾਅਦ ਆਪਾਂ ਕੀ ਕਰਨਾ, ਟੋਟਲ ਆਪਾਂ ਨੂੰ ਜਿਹੜੀ ਵੋਲਟੇਜ ਮਿਲੇਗੀ ਉਹ ਕੀ 10 ਵੋਲਟੇਜ ਮਿਲੇਗੀ। ਨੈਕਸਟ ਕੀ ਹੈ ਆਪਣੇ ਕੋਲੇ, ਅਗਰ ਆਪਾਂ ਇਸ ਦੀ ਪੋਲੈਰਿਟੀ ਨੂੰ ਚੇਂਜ ਕਰ ਦਾਂਗੇ, ਠੀਕ ਹੈ, ਇੱਕ ਦੀ ਪੋਲੈਰਿਟੀ ਨੂੰ ਆਪਾਂ ਕੀ ਕਰ ਦਈਏ, ਚੇਂਜ ਕਰ ਦਈਏ। ਪਹਿਲਾਂ 3 ਵੋਲਟੇਜ ਆ ਉਸ ਨੂੰ ਆਪਾਂ ਕੀ ਕਰ ਦਈਏ, -3 ਬਣਾ ਦਈਏ। ਪੋਲੈਰਿਟੀ ਇਹ ਵਾਲੀ ਚੇਂਜ ਹੋਈ, ਚੇਂਜ ਹੋਣ ਦੇ ਨਾਲ ਨੈਗੇਟਿਵ ਨਾਲ ਨੈਗੇਟਿਵ ਸਾਈਡ ਲਗਾਤੀ ਤਾਂ ਆਪਣੀ ਇੱਥੇ ਜਿਹੜੀ ਵੋਲਟੇਜ ਆ ਉਹ ਕਿੰਨੀ ਆ ਜਾਏਗੀ, ਟੋਟਲ ਵੋਲਟੇਜ 7 - 3 ਦੈਟ ਇਜ਼ 4। ਤਾਂ ਇਸ ਤਰੀਕੇ ਨਾਲ ਆਪਾਂ ਜਿਹੜੇ ਵੋਲਟੇਜ ਸੋਰਸਿਸ ਆ ਉਹਨਾਂ ਨੂੰ ਸੀਰੀਜ਼ ਕਨੈਕਸ਼ਨ ਐਂਡ ਕੰਬੀਨੇਸ਼ਨ ਪੈਰਲਲ ਜਿਹੜਾ ਹੈਗਾ ਉਸ ਦੇ ਵਿੱਚ ਲਗਾ ਸਕਦੇ ਹਾਂ। ਅਗਰ ਆਪਾਂ ਗੱਲ ਕਰੀਏ ਕਰੰਟ ਸੋਰਸਿਸ ਪੈਰਲਲ, ਠੀਕ ਹੈ, ਕਰੰਟ ਸੋਰਸਿਸ ਆ ਪੈਰਲਲ ਲਗਾਉਣਾ। ਇਹ ਵਾਲਾ ਸੋਰਸਿਸ ਆ 3 ਐਂਪੀਅਰ ਦਾ, ਇਹ ਹੈਗਾ 2, ਇਸ ਨੂੰ ਆਪਾਂ ਪੈਰਲਲ ਲਗਾਇਆ। ਪੈਰਲਲ ਲਗਾਉਣ ਦੇ ਨਾਲ ਆਪਣੇ ਕੋਲ ਜਿਹੜਾ ਟੋਟਲ ਆਏਗਾ ਕਰੰਟ ਉਸ ਦੀ ਵੈਲਿਊ ਆਏਗੀ 5 ਐਂਪੀਅਰ। ਅਗਰ ਇਸ ਦੀ ਪੋਲੈਰਿਟੀ ਨੂੰ ਆਪਾਂ ਅਗੇਨ ਚੇਂਜ ਕਰ ਦਾਂਗੇ ਦੈਨ ਇਸ ਨੇ ਕੀ ਬਣ ਜਾਣਾ, -2a ਬਣ ਜਾਏਗਾ। ਤਾਂ ਆਪਣੇ ਕੋਲ 3 - 2a = 1 ਐਂਪੀਅਰ। ਸਿਮਿਲਰਲੀ ਆਪਾਂ ਇਸ ਨੂੰ ਸੀਰੀਜ਼ ਕਨੈਕਸ਼ਨ 'ਚ ਲਗਾ ਸਕਦੇ ਹਾਂ। ਸੀਰੀਜ਼ ਕਨੈਕਸ਼ਨ ਦੇ ਵਿੱਚ ਕਰੰਟ ਸੋਰਸਿਸ ਦੇ ਵਿੱਚ ਕੀ ਹੈ, ਆਪਾਂ ਸਿਰਫ ਉਹੀ ਜਿਹੜੇ ਸੋਰਸਿਸ ਆ ਲਗਾ ਸਕਦੇ ਹਾਂ ਜਿਨ੍ਹਾਂ ਦੀ ਕਰੰਟ ਦੀ ਡਾਇਰੈਕਸ਼ਨ ਹੈਗੀ ਹੈ ਜਿਹੜੀ ਉਹ ਬਿਲਕੁਲ ਸੇਮ ਹੈ, ਫ੍ਰੀਕੁਐਂਸੀ ਸੇਮ ਹੈ, ਅਤੇ ਜਿਹੜੀ ਕਰੰਟ ਦੀ ਮੈਗਨੀਟਿਊਡ ਆ ਉਹ ਵੀ ਆਪਣੇ ਕੋਲੇ ਕੀ ਹੈ, ਸੇਮ ਹੋਣਾ ਚਾਹੀਦਾ। ਤਾਂ ਜਿਹੜਾ ਰਿਜ਼ਲਟ ਦੇ ਵਿੱਚ ਆਪਾਂ ਨੂੰ ਮਿਲੇਗਾ ਮਲਟੀਪਲ ਕਰੰਟ, ਉਸ ਦਾ ਮੈਗਨੀਟਿਊਡ ਵੀ ਆਪਣੇ ਕੋਲੇ ਕੀ ਹੋਏਗਾ, ਸੇਮ ਹੋਏਗਾ, ਜਿਵੇਂ ਆਪਾਂ ਜਿਹੜੇ ਸੀਰੀਜ਼ ਦੇ ਵਿੱਚ ਕਰੰਟ ਸੋਰਸਿਸ ਲਗਾ ਰਹੇ ਹਾਂ। ਅਗਰ ਆਪਾਂ ਵੋਲਟੇਜ ਸੋਰਸਿਸ ਨੂੰ ਪੈਰਲਲ ਦੇ ਵਿੱਚ ਲਗਾਉਣਾ ਤਾਂ ਉਸ ਲਈ ਕੰਡੀਸ਼ਨ ਕੀ ਹੈ, ਆਪਣੀ ਵੋਲਟੇਜ ਦੀ ਵੈਲਿਊ ਹਰ ਇੱਕ ਦੇ ਲਈ, ਪੋਲੈਰਿਟੀ ਅਤੇ ਜਿਹੜੀ ਫ੍ਰੀਕੁਐਂਸੀ ਹੈ ਉਹ ਕੀ ਹੈ ਆਪਣੇ ਕੋਲੇ ਸੇਮ ਰਹੇਗੀ। ਦੈਨ ਵੋਲਟੇਜ ਸੋਰਸ ਦੇ ਪੈਰਲਲ ਲਗਾਉਣ ਦੇ ਨਾਲ ਆਪਾਂ ਨੂੰ ਜਿਹੜੀ ਰਿਜ਼ਲਟ ਮਿਲੇਗਾ ਉਹ ਵੀ ਜਿਹੜੀ ਵੋਲਟੇਜ ਆ ਉਸ ਦੀ ਵੈਲਿਊ ਵੀ ਸੇਮ ਹੋਏਗੀ। ਜਿਵੇਂ ਆਪਾਂ ਇਸ ਦੇ ਵਿੱਚ ਤਾਂ ਪੋਲੈਰਿਟੀ ਚੇਂਜ ਕੀਤੀ ਸੀ, ਪਹਿਲਾਂ ਨੈਗੇਟਿਵ ਨੂੰ ਪੋਜ਼ਿਟਿਵ ਨਾਲ, ਫਿਰ ਨੈਗੇਟਿਵ ਨੂੰ ਨੈਗੇਟਿਵ ਨਾਲ ਲਗਾਤਾ। ਇਸ ਦੇ ਵਿੱਚ ਪੋਲੈਰਿਟੀ ਚੇਂਜ ਹੈ, ਬਟ ਇਸ 'ਤੇ ਜਿਹੜੀ ਪੈਰਲਲ ਦੇ ਵਿੱਚ ਲਗਾਉਣੀ ਉੱਥੇ ਆਪਾਂ ਪੋਲੈਰਿਟੀ ਬਿਲਕੁਲ ਸੇਮ ਰੱਖਣੀ ਹੈ ਅਤੇ ਵੋਲਟੇਜ ਵੀ ਬਿਲਕੁਲ ਸੇਮ ਰੱਖਣੀ ਹੈ। ਨੈਕਸਟ ਹੈਗੀ ਟਰਾਂਸਫੋਰਮੇਸ਼ਨ ਆਫ ਸੋਰਸਿਸ। ਜਿਹੜੇ ਆਪਾਂ ਕਰੰਟ ਸੋਰਸਿਸ ਲਏ ਆ, ਠੀਕ ਹੈ, ਉਹਨਾਂ ਨੂੰ ਆਪਾਂ ਕੀ ਹੈ ਟਰਾਂਸਫਾਰਮ ਕਰਾਂਗੇ ਵੋਲਟੇਜ ਸੋਰਸਿਸ ਦੇ ਵਿੱਚ। ਉਹ ਆਪਾਂ ਕਿਵੇਂ ਕਰ ਸਕਦੇ ਹਾਂ, ਸਪੋਜ਼ ਤੁਹਾਡੇ ਕੋਲੇ 2 ਵੋਲਟੇਜ ਸੋਰਸਿਸ ਹੈਗੇ E1 ਅਤੇ E2। E1 ਅਤੇ E2 ਦੋਨਾਂ ਨੂੰ ਆਪਾਂ ਸੀਰੀਜ਼ ਕੰਬੀਨੇਸ਼ਨ ਦੇ ਵਿੱਚ ਲਗਾਇਆ। ਸੀਰੀਜ਼ ਦੇ ਵਿੱਚ ਕੀ ਹੈ, ਇੱਕ ਸਾਈਡ ਆਪਾਂ ਜਿਹੜੀ ਪੋਜ਼ਿਟਿਵ ਕਨੈਕਟ ਕਰਾਂਗੇ, ਸੈਕਿੰਡ ਦੀ ਆਪਾਂ ਨੈਗੇਟਿਵ ਕਨੈਕਟ ਕਰਾਂਗੇ। ਤਾਂ ਟੋਟਲ ਆਪਾਂ ਨੂੰ ਸਿੰਗਲ ਵੋਲਟੇਜ ਕਿੰਨੀ ਮਿਲੇਗੀ, E1 + E2। ਜਿਵੇਂ ਇਹ ਵਾਲਾ ਕੇਸ ਹੈ, ਨੈਗੇਟਿਵ ਨੂੰ ਪੋਜ਼ਿਟਿਵ ਨਾਲ ਲਗਾਇਆ ਤਾਂ ਆਪਣੀ 7 ਵੋਲਟੇਜ ਅਤੇ 3 ਵੋਲਟੇਜ। ਸਪੋਜ਼ E1 E2 ਹੈ ਤਾਂ ਆਪਾਂ ਨੂੰ ਟੋਟਲ ਵੋਲਟੇਜ ਕੀ ਮਿਲੇਗੀ, E1 + E2 10 ਵੋਲਟੇਜ ਮਿਲ ਜਾਏਗਾ। ਅਗਰ ਆਪਣੇ ਕੋਲ 2 ਕਰੰਟ ਸੋਰਸਿਸ ਹੈ I1 I2, ਉਸ ਨੂੰ ਆਪਾਂ ਪੈਰਲਲ ਕੰਬੀਨੇਸ਼ਨ ਦੇ ਵਿੱਚ ਲਗਾਇਆ, R = a ਸਿੰਗਲ, ਤਾਂ ਆਪਣੇ ਕੋਲ ਕੀ ਰਿਜ਼ਲਟ ਆ ਜਾਏਗਾ, I1 + I2 3 I1, ਸਪੋਜ਼ I2 ਦੀ ਵੈਲਿਊ 2 ਹੈ ਤਾਂ ਆਪਣੇ ਕੋਲ ਟੋਟਲ ਕੀ ਆ ਜਾਏਗਾ, 5 ਐਂਪੀਅਰ ਆ ਜਾਏਗਾ। ਅਗਰ ਆਪਾਂ 2 ਵੋਲਟੇਜ ਸੋਰਸ ਲਏ E1 ਅਤੇ E2, ਉਹਨਾਂ ਨੂੰ ਪੈਰਲਲ ਕਨੈਕਸ਼ਨ ਦੇ ਵਿੱਚ ਲਗਾਉਣਾ ਹੈ, ਦੈਨ ਆਪਣੇ ਕੋਲ ਜਿਹੜੀ ਵੋਲਟੇਜ ਆ ਉਹ ਕੀ ਮਿਲੇਗੀ,
ਫਸਟ ਆਫ ਆਲ ਇਹਨਾਂ ਦੀ ਪੋਲੈਰਿਟੀ ਸੇਮ ਹੋਣੀ ਚਾਹੀਦੀ ਹੈ, ਮੈਗਨੀਚਿਊਡ ਵੀ ਸੇਮ ਹੋਏਗਾ, ਅਤੇ ਜਿਹੜਾ ਰਿਜ਼ਲਟ ਪਿੱਛੋਂ ਮਿਲੇਗਾ ਆਪਾਂ ਨੂੰ ਉਸ ਦੀ ਜਿਹੜੀ ਮੈਗਨੀਚਿਊਡ ਹੈ ਬਿਲਕੁਲ ਸੇਮ ਹੋਏਗਾ ਜਿਹੜਾ ਆਪਾਂ ਵੋਲਟੇਜ ਸੋਰਸ ਲੈ ਕੇ ਚੱਲ ਰਹੇ ਹਾਂ। ਦੈਟ ਮੀਨਸ E ਕਿਸ ਦੇ ਇਕੁਅਲ ਹੈਗਾ E1 ਔਰ E2 ਦੇ। ਨੈਕਸਟ ਆਪਣੇ ਕੋਲ ਅਗਰ ਦੋ ਕਰੰਟ ਸੋਰਸਿਸ I1 ਅਤੇ I2 ਨੂੰ ਆਪਾਂ ਸੀਰੀਜ਼ ਕਨੈਕਸ਼ਨ ਦੇ ਵਿੱਚ ਲਗਾਉਣਾ ਹੈ, ਸੀਰੀਜ਼ ਦੇ ਵਿੱਚ ਆਪਣੇ ਕੋਲ ਜਿਹੜੀ ਡਾਇਰੈਕਸ਼ਨ ਹੈਗੀ ਕਰੰਟ ਦੀ ਬਿਲਕੁਲ ਸੇਮ ਹੋਣੀ ਚਾਹੀਦੀ ਹੈ, ਅਤੇ ਉਹਨਾਂ ਦੀ ਜਿਹੜਾ ਮੈਗਨੀਚਿਊਡ ਹੈ ਕਰੰਟ ਦਾ ਉਹ ਵੀ ਸੇਮ ਹੋਣਾ ਚਾਹੀਦਾ। ਤਾਂ ਜਿਹੜਾ ਆਪਾਂ ਨੂੰ ਕੀ ਹੈ ਇਕਵਲੈਂਟ ਕਰਨ ਦੇ ਨਾਲ ਇਹ ਸਰਕਿਟ ਬਣਾਉਣ ਦੇ ਨਾਲ ਸਿੰਗਲ ਕਰੰਟ ਮਿਲੇਗਾ, ਉਸ ਦੀ ਵੈਲਿਊ ਕੀ ਆਏਗੀ I is equals to I1 is equals to I2। ਅਗਰ ਆਪਾਂ ਵੋਲਟੇਜ ਸੋਰਸਿਸ ਦੇ ਨਾਲ R ਜਿਹੜਾ ਰਜਿਸਟੈਂਸ ਹੈ ਉਸ ਨੂੰ ਪੈਰਲਲ ਜੁਆਇਨ ਕਰ ਦਿੰਦੇ ਹਾਂ, ਦੈਨ ਆਪਣੇ ਕੋਲ ਕੀ ਹੈਗਾ ਇਸ ਨੂੰ ਆਪਾਂ ਓਮਿਟ ਕਰ ਸਕਦੇ ਹਾਂ। ਹੁਣ ਸਪੋਜ਼ ਕੋਈ ਵੀ ਆਪਣੇ ਕੋਲ ਵੋਲਟੇਜ ਕੌਨਸਟੈਂਟ ਵੋਲਟੇਜ ਸੋਰਸ ਹੈ ਅਤੇ ਕੌਨਸਟੈਂਟ ਕਰੰਟ ਸੋਰਸ ਹੈ, ਵੋਲਟੇਜ ਸੋਰਸ ਅਤੇ ਕਰੰਟ ਸੋਰਸ। ਅਗਰ ਇਹ ਦੋ ਜਿਹੜੇ ਸਰਕਿਟਸ ਹੈ ਇਹਨਾਂ ਨੂੰ ਆਪਾਂ ਇਕਵਲੈਂਟ ਪ੍ਰੂਵ ਕਰਨਾ ਹੈ ਤਾਂ ਉਸ ਲਈ ਆਪਾਂ ਨੂੰ ਕੀ ਕਰਨਾ ਪੈਣਾ, RL ਇਹ ਜਿਹੜਾ ਆਪਾਂ ਲੋਡ ਰਜਿਸਟੈਂਸ ਲਗਾਇਆ, ਸਪੋਜ਼ ਹੁਣ ਇਸ ਦੀ ਵੈਲਿਊ ਆਪਣੇ ਕੋਲ ਦੋ ਪੋਸੀਬਲ ਵੈਲਿਊਜ਼ ਹੋ ਸਕਦੀਆਂ। ਅਗਰ ਆਪਣੇ ਕੋਲ RL ਇਨਫਿਨਿਟੀ ਨੂੰ ਅਪਰੋਚ ਕਰ ਰਿਹਾ, ਦੈਟ ਮੀਨਸ ਜਿਹੜਾ ਅਗਰ ਰਜਿਸਟੈਂਸ ਇਨਫਾਨਾਈਟ ਹੈ ਮੀਨਸ ਕੋਈ ਵੀ ਕਰੰਟ ਆਪਣੇ ਕੋਲ ਕੀ ਹੈ ਨਹੀਂ ਫਲੋਰ ਕਰ ਰਿਹਾ, ਸਰਕਿਟ ਆਪਣਾ ਹੈਗਾ ਓਪਨ, ਤਾਂ A ਅਤੇ V ਦੇ ਵਿਚਕਾਰ ਜਿਹੜੀ ਵੋਲਟੇਜ ਹੈ ਉਸ ਦੀ ਵੈਲਿਊ ਕਿੰਨੀ ਆਏਗੀ ਆਪਣੇ ਕੋਲ V ਹੈ। ਇਹ ਜਿਹੜਾ ਸੈਕਿੰਡ ਆਪਣੇ ਕੋਲ ਸਰਕਿਟ ਹੈਗਾ ਕੌਨਸਟੈਂਟ ਕਰੰਟ, ਇਸ ਦੇ ਵਿੱਚ ਕਰੰਟ ਕਿੰਨਾ ਫਲੋ ਕਰ ਰਿਹਾ I is equals to V/R। ਦੈਟ ਮੀਨਸ ਕੀ ਹੈ ਇਸ ਦਾ ਇੰਟਰਨਲ ਰਜਿਸਟੈਂਸ ਹੈਗਾ R, ਅਤੇ ਇਸ ਦੇ ਵਿੱਚ ਜਿਹੜਾ ਪੋਟੈਂਸ਼ੀਅਲ ਹੈ ਅਤੇ V ਦੇ ਵਿੱਚ ਉਹ ਆਪਣੇ ਕੋਲ ਕੀ ਆ ਜਾਏਗਾ V is equals to IR। ਇਸ ਦੇ ਵਿੱਚ ਵੀ ਪੋਟੈਂਸ਼ੀਅਲ V ਹੈ ਅਤੇ ਇਸ ਦੇ ਵਿੱਚ ਵੀ ਆਪਣੇ ਕੋਲ ਪੋਟੈਂਸ਼ੀਅਲ ਕੀ ਹੈ V ਹੈ। ਦੈਟ ਮੀਨਸ ਇਹ ਜਿਹੜੇ ਸਰਕਿਟ ਹੈ ਦੋਨੇ ਇਕਵਲੈਂਟ ਸਰਕਿਟ ਹੈ। ਸੈਕਿੰਡ ਕੇਸ ਕੀ ਹੈ ਜਦੋਂ ਆਪਣੇ ਕੋਲ RL ਕੀ ਹੈ ਟੈਂਚ ਕਰ ਰਿਹਾ 0 ਨੂੰ, ਅਗਰ ਆਪਣੇ ਕੋਲ RL 0 ਨੂੰ ਟੈਂਡ ਕਰ ਰਿਹਾ ਦੈਟ ਮੀਨਸ ਜਿਹੜਾ ਆਪਣਾ ਸਰਕਿਟ ਹੈਗਾ ਸ਼ਾਰਟ ਸਰਕਿਟ ਹੈ, ਉਸ ਦੇ ਵਿੱਚੋਂ ਕਰੰਟ ਫਲੋ ਕਰ ਰਿਹਾ, ਕਰੰਟ ਦੀ ਵੈਲਿਊ ਕੀ ਆਏਗੀ I is equals to V/R। ਅਤੇ ਸੈਕਿੰਡ ਦੇ ਵਿੱਚ ਆਪਾਂ ਨੂੰ ਨੋਨ ਹੈ I ਕਿੰਨਾ ਫਲੋ ਕਰ ਰਿਹਾ V/R, ਤਾਂ ਸੇਮ ਦੋਨਾਂ ਦੇ ਵਿੱਚ ਕਰੰਟ ਫਲੋ ਕਰ ਰਿਹਾ, ਤਾਂ ਇਹ ਜਿਹੜੇ ਸਰਕਿਟ ਹੈਗੇ ਆ ਦੋਨੇ ਇਕਵਲੈਂਟ ਸਰਕਿਟ ਹੈ।